ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਪਾਰਟ ਦੇ ਵਿੱਚ ਦੇਖਾਂਗੇ ਆਪਣੀ ਜਿਹੜੀ ਨੈਬ ਤਹਿਸੀਲਦਾਰ ਦੀ ਸੀਰੀਜ਼ ਹੈ ਉਹਦਾ ਪਾਰਟ 33rd ਯਾਨੀ ਕਿ 33ਵਾਂ ਪਾਰਟ। ਇਹ ਤੋਂ ਪਹਿਲਾਂ 32 ਪਾਰਟ ਹੋਰ ਵੀ ਆ ਚੁੱਕੇ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਯਾਨੀ ਕਿ ਇਹ ਜਿਹੜੀ ਸੀਰੀਜ਼ ਹੈ ਤੁਹਾਡੀ ਕੰਪਲੀਟ ਤੁਹਾਨੂੰ ਨੈਬ ਤਹਿਸੀਲਦਾਰ ਦੇ ਐਗਜ਼ਾਮ ਦੇ ਵਿੱਚ ਡੈਫੀਨੇਟਲੀ ਹੈਲਪ ਕਰੇਗੀ। ਤੇ ਆਹ ਹੈਸ਼ਟੈਗ ਤੁਸੀਂ ਯੂਜ਼ ਕਰ ਸਕਦੇ ਹੋ, ਸਟੱਡੀ ਵਿਦ ਸੁਨੀਲ ਜਿੰਦਲ। ਅੱਜ ਦਾ ਪਹਿਲਾ ਕੁਐਸਚਨ ਹੈਗਾ, ਵਿਚ ਵਨ ਆਫ ਦਾ ਫੋਲੋਇੰਗ ਰਿਵਰ ਫੋਰਮਸ ਐਨ ਐਸਚੂਰੀ। ਯਾਨੀ ਕਿ ਇਹਨਾਂ ਵਿੱਚੋਂ ਆਪਸ਼ਨ ਦਿੱਤੇ ਹੋਏ ਨੇ, ਇਹਨਾਂ ਵਿੱਚੋਂ ਕਿਹੜੀ ਰਿਵਰ ਹੈ ਜਿਹੜੀ ਐਸਚੂਰੀ ਬਣਾਉਂਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਬੇਸਿਕਲੀ ਐਸਚੂਰੀ ਹੁੰਦੀ ਕੀ ਹੈ। ਬੇਸਿਕਲੀ ਇਹਨਾਂ ਦੇ ਵਿੱਚ ਰਿਵਰ ਦੇ ਵਿੱਚ ਦੋ ਚੀਜ਼ ਹੁੰਦੀ ਹੈ। ਜਦੋਂ ਵੀ ਕੋਈ ਰਿਵਰ ਹੈ ਤਾਂ ਓਬਵੀਅਸ ਜੀ ਗੱਲ ਹੈ ਕਿ ਉਹ ਜਾ ਕੇ ਕਿਹਦੇ ਵਿੱਚ ਮਿਲੂਗੀ ਜੀ, ਸਾਗਰ ਦੇ ਵਿੱਚ ਮਿਲੂਗੀ। ਕੁਝ ਰਿਵਰ ਨੇ ਜਿਹੜੀ ਮਿਲ ਕੇ ਐਸਚੂਰੀ ਬਣਾਉਂਦੀਆਂ ਨੇ, ਕੁਝ ਬਣਾਉਂਦੀਆਂ ਨੇ ਡੈਲਟਾ। ਲੇਕਿਨ ਜਿਹੜੀ ਐਸਚੂਰੀ ਬਣਾਉਂਦੇ ਨੇ ਉਹ ਲਿਮਟਿਡ ਹੀ ਨੇ। ਜਿਵੇਂ ਕਿ ਪਹਿਲਾਂ ਚਲੋ ਆਪਾਂ ਐਸਚੂਰੀ ਬਾਰੇ ਸਮਝ ਲੈਂਦੇ ਹਾਂ। ਜਦੋਂ ਕੋਈ ਰਿਵਰ ਹੈ ਉਹ ਜਦੋਂ ਸਾਗਰ ਦੇ ਵਿੱਚ ਮਿਲਦੀ ਹੈ ਜਾ ਕੇ, ਜਦੋਂ ਉਹ ਇਸ ਤਰ੍ਹਾਂ ਦੀ ਯਾਨੀ ਕਿ ਜਿਹੜੀ ਲੈਂਡ ਹੈ ਉਹ ਇਨਵਰਡ ਬੈਂਟਡ ਹੈ, ਯਾਨੀ ਕਿ ਅੰਦਰੋਂ ਟੁੱਟੀ ਹੋਈ ਹੈਗੀ ਆ। ਆਹ ਸਾਗਰ ਸੀਗਾ, ਲੇਕਿਨ ਜਦੋਂ ਆਹ ਨਦੀ ਆਈ ਹੈ ਤਾਂ ਇਹਨੇ ਜਿਹੜਾ ਆਹ ਵਾਲਾ ਪਾਰਟ ਸੀਗਾ ਤੋੜਿਆ ਹੈਗਾ ਅਤੇ ਆਹ ਕੀ ਬਣਾਇਆ, ਇੱਕ ਐਸਚੂਰੀ ਬਣਾਇਆ। ਅਤੇ ਜਿਹੜਾ ਵੀ ਸੈਂਡੀਮੈਂਟਸ ਨਾਲ ਲੈ ਕੇ ਆਈ ਹੈ ਉਹ ਕੀ ਹੁੰਦਾ ਹੈਗਾ, ਸਮੁੰਦਰ ਆਪਣੀ ਜਿਹੜੀ ਸਪੀਡ ਹੈ ਉਹਦੇ ਨਾਲ ਖਿੱਚਦਾ ਰਹਿੰਦਾ ਹੈਗਾ। ਅਤੇ ਜਿਹੜਾ ਨਾਲ ਵਾਲਾ ਆਹ ਮਲਬਾ ਹੈ ਆਹ ਵੀ ਨਾਲ ਚਲਾ ਜਾਂਦਾ ਹੈਗਾ। ਹੁਣ ਦੂਜੀ ਗੱਲ ਜੇ ਮੈਂ ਕਰਾਂ ਡੈਲਟਾ ਬਾਰੇ। ਡੈਲਟਾ ਕੀ ਕਰਦਾ ਹੈ ਜੀ, ਜਿਹੜੇ ਉਹਦੇ ਸੈਂਡੀਮੈਂਟਸ ਨੇ ਜਿਹੜੇ ਨਾਲ ਲੈ ਕੇ ਆਉਂਦਾ ਹੈ, ਉਹ ਜਿਹੜਾ ਸਾਈਡ ਵਾਲਾ ਪਾਰਟ ਹੈ ਜਿਹੜਾ ਮਤਲਬ ਕਿ ਰੌਕਸ ਹੁੰਦੀਆਂ ਨੇ ਉਹਨਾਂ ਨੂੰ ਐਂ ਤੋੜ ਕੇ ਨਾ ਵੱਟ ਜਾਂਦਾ ਹੈਗਾ। ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਜਿਹੜਾ ਹੈ ਨਾ ਉਹ ਸੁੰਦਰਬਨ ਡੈਲਟਾ ਹੈ। ਉਹ ਸਭ ਤੋਂ ਵਧੀਆ ਰਹਿੰਦਾ ਅਤੇ ਯਾਨੀ ਕਿ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਕਿ ਸਭ ਤੋਂ ਵੱਡਾ ਡੈਲਟਾ ਕਿਹੜਾ ਦੁਨੀਆ ਦਾ, ਤਾਂ ਉਹ ਸੁੰਦਰਬਨ ਡੈਲਟਾ ਹੈਗਾ। ਤਾਂ ਡੈਲਟਾ ਹੁੰਦਾ ਕੁਝ ਇਸ ਤਰ੍ਹਾਂ ਦਾ। ਆ ਹੋ ਗਿਆ। ਤਾਂ ਕੁਐਸਚਨ ਕੀ ਪੁੱਛਿਆ ਗਿਆ ਸੀਗਾ ਕਿ ਐਸਚੂਰੀ, ਅਤੇ ਜਿਹੜੀ ਰਿਵਰਸ ਇੰਡੀਆ 'ਚ ਐਸਚੂਰੀ ਬਣਾਉਂਦੀਆਂ ਨੇ ਉਹ ਨੇ ਆਹ ਚਾਰ ਰਿਵਰ: ਨਰਮਦਾ, ਤਾਪਤੀ, ਮਾਹੀ ਐਂਡ ਸਾਬਰਮਤੀ। ਤਾਂ ਇਹਨਾਂ ਵਿੱਚੋਂ ਆਪਾਂ ਦੇਖ ਸਕਦੇ ਹਾਂ ਕਿ ਉਹ ਨਰਮਦਾ ਨਦੀ ਹੈ ਜਿਹੜੀ ਐਸਚੂਰੀ ਬਣਾਉਂਦੀ ਹੈ। ਗੰਗਾ, ਬ੍ਰਹਮਪੁੱਤਰਾ ਤਾਂ ਤੁਹਾਨੂੰ ਪਤਾ ਹੀ ਹੈ ਜੀ, ਆਹੀ ਜਿਹੜਾ ਹੈ ਸੁੰਦਰਬਨ ਡੈਲਟਾ ਬਣਾਉਂਦੀਆਂ ਨੇ ਵੈਸਟ ਬੰਗਾਲ ਅਤੇ ਬੰਗਲਾਦੇਸ਼ ਦੇ ਵਿੱਚ। ਤਾਂ ਇੰਪੋਰਟੈਂਟ ਕੁਐਸਚਨ ਸੀਗਾ, ਧਿਆਨ ਰੱਖਿਓ। ਨੈਕਸਟ ਗੱਲ ਕਰ ਰਿਹਾ, ਰਿਕਟਰ ਸਕੇਲ ਇਜ਼ ਯੂਜ਼ਡ ਫॉर ਮੈਜਰਿੰਗ। ਯਾਨੀ ਕਿ ਜਿਹੜਾ ਰਿਕਟਰ ਸਕੇਲ ਹੈ ਉਹ ਕਿਸ ਚੀਜ਼ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਦੇਖੋ ਤੁਹਾਨੂੰ ਲੱਗ ਰਿਹਾ ਹੋਣਾ ਕਿ ਕਾਫੀ ਈਜ਼ੀ ਕੁਐਸਚਨ ਹੈਗਾ ਅਤੇ ਤੁਹਾਨੂੰ ਆਨਸਰ ਵੀ ਪਤਾ ਹੋਣਾ ਇਹਦਾ। ਲੇਕਿਨ ਜੇਕਰ ਮੈਂ ਇੱਥੇ ਰਿਕਟਰ ਸਕੇਲ ਵਰਡ ਯੂਜ਼ ਨਾ ਕਰਦਾ, ਮੈਂ ਇੱਥੇ ਮਰਕਲੀ ਸਕੇਲ ਯੂਜ਼ ਕਰਦਾ, ਫਿਰ ਤੁਸੀਂ ਦੇਖਣਾ ਸੀਗਾ ਸਰ ਕਿ ਕੁਐਸਚਨ ਕਿੱਦਾਂ ਆ ਗਿਆ, ਇਸ ਤਾਂ ਸੁਣਿਆ ਹੀ ਪਹਿਲੀ ਵਾਰ ਹੈ। ਤਾਂ ਮੈਂ ਜਾਣਬੁੱਝ ਕੇ ਰਿਕਟਰ ਸਕੇਲ ਰੱਖਿਆ ਹੈਗਾ, ਅਦਰਵਾਈਜ਼ ਮੈਂ ਇੱਥੇ ਮਰਕਲੀ ਸਕੇਲ ਹੀ ਯੂਜ਼ ਕਰਨ ਵਾਲਾ ਸੀਗਾ। ਤਾਂ ਜਿਹੜਾ ਮਰਕਲੀ ਸਕੇਲ ਹੁੰਦਾ ਹੈ ਉਹ ਹੁੰਦਾ ਹੈਗਾ ਇੰਟੈਂਸਿਟੀ ਆਫ ਅਰਥਕੁਏਕ ਦੇ ਲਈ। ਹੁਣ ਹਲਕਾ ਜਿਹਾ ਡਿਫਰੈਂਸ ਹੈ, ਸਮਝਿਓ ਤੁਸੀਂ। ਡਿਫਰੈਂਸ ਕੀ ਹੈ, ਜਿਹੜਾ ਰਿਕਟਰ ਸਕੇਲ ਹੁੰਦਾ ਹੈ ਨਾ ਉਹ ਮੈਗਨੀਟਿਊਡ ਨੂੰ ਨਾਪਦਾ ਹੈ, ਅਤੇ ਜਿਹੜਾ ਮਰਕਲੀ ਸਕੇਲ ਹੈ ਉਹ ਇੰਟੈਂਸਿਟੀ ਨੂੰ ਨਾਪਦਾ ਹੈ। ਤੁਸੀਂ ਨਿਊਜ਼ ਦੇ ਵਿੱਚ ਅਕਸਰ ਦੇਖਦੇ ਹੋ ਵੀ ਰਿਕਟਰ ਸਕੇਲ ਪਰ ਇਤਨੀ ਤੀਬਰਤਾ ਨਾਪੀ ਗਈ ਵਗੈਰਾ ਵਗੈਰਾ ਕਾਈਂਡ ਆਫ ਥਿੰਗਸ। ਤਾਂ ਉਹ ਆਹੀ ਹੈ, ਲੇਕਿਨ ਐਗਜ਼ੈਕਟ ਇਹਦਾ ਮੈਗਨੀਟਿਊਡ ਹੋਣਾ ਸੀਗਾ, ਲੇਕਿਨ ਆਪਸ਼ਨ ਦੇ ਵਿੱਚ ਮੈਗਨੀਟਿਊਡ ਨਹੀਂ ਦਿੱਤਾ ਹੋਇਆ, ਤਾਂ ਕਰਕੇ ਆਪਾਂ ਇੰਟੈਂਸਿਟੀ ਨੂੰ ਹੀ ਟਿਕ ਕਰਾਂਗੇ। ਅਦਰਵਾਈਜ਼ ਡਿਫਰੈਂਸ ਤੁਹਾਡੇ ਸਾਹਮਣੇ ਮੈਂ ਕਲੀਅਰ ਕਰ ਦਿੱਤਾ ਹੈਗਾ। ਆਪਸ਼ਨ ਨੰਬਰ ਇਹ ਕੀ ਕਹਿੰਦਾ, ਵੈਲੋਸਿਟੀ ਆਫ ਵਿੰਡ। ਵੈਲੋਸਿਟੀ ਆਫ ਵਿੰਡ ਨੂੰ ਆਪਾਂ ਮੈਜਰ ਕਰਦੇ ਹਾਂ ਅਨੈਮੋਮੀਟਰ। ਇਹ ਕੁਐਸਚਨ ਨਾ ਤੁਹਾਡੇ 2016 ਦਾ ਜਿਹੜਾ ਪਟਵਾਰੀ ਦਾ ਐਗਜ਼ਾਮ ਹੋਇਆ ਸੀ ਨਾ ਉਹਦੇ ਵਿੱਚ ਡਾਇਰੈਕਟ ਪੁੱਛਿਆ ਹੋਇਆ ਸੀਗਾ ਕਿ ਉਸ ਡਿਵਾਈਸ ਦਾ ਨਾਮ ਦੱਸੋ ਜਿਹੜੀ ਵੈਲੋਸਿਟੀ ਆਫ ਵਿੰਡ ਨੂੰ ਮੈਜਰ ਕਰਦੀ ਹੈ। ਤਾਂ ਹੁੰਦਾ ਜੀ ਅਨੈਮੋਮੀਟਰ। ਉਸ ਤੋਂ ਬਾਅਦ ਹੋ ਗਿਆ ਹਿਊਮਿਡਿਟੀ, ਇਹਨੂੰ ਆਪਾਂ ਕਹਿੰਦੇ ਹਾਂ ਹਾਈਗਰੋਮੀਟਰ। ਤਾਂ ਮੈਂ ਤੁਹਾਨੂੰ ਮੋਸਟ ਆਫ ਦੱਸ ਦਿੱਤੇ ਨੇ ਅਤੇ ਸਹੀ ਆਨਸਰ ਦੱਸਦਾ ਕੀ ਸੀਗਾ। ਅਤੇ ਜੇਕਰ ਤੁਸੀਂ ਹੋਰ ਜਿਹੜੇ ਇੰਸਟਰੂਮੈਂਟਿੰਗ ਯੂਨਿਟ ਨੇ ਉਹਨਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਮੈਂ ਜਿਹੜੀ ਮੇਰੀ ਸਾਇੰਸ ਦੀ ਸੀਰੀਜ਼ ਹੈ ਉਹਦਾ ਪਾਰਟ 11ਵਾਂ ਹੈਗਾ, ਉਹਦੇ ਵਿੱਚ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗੂਗਾ। ਇੱਥੇ ਆਈ ਬਟਨ ਆਊਗਾ, ਦੇਖ ਲੈਣਾ, ਅਦਰਵਾਈਜ਼ ਮੈਂ ਇਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਅਤੇ ਜਾ ਕੇ ਦੇਖ ਲਿਆ ਕਰੋ ਜਿਹੜੀ ਚੀਜ਼ ਦੱਸਦਾ ਮੈਂ। ਬਾਅਦ 'ਚ ਫਿਰ ਪੇਪਰ ਦੇ ਵਿੱਚ ਉਹ ਚੀਜ਼ਾਂ ਆ ਜਾਣਗੀਆਂ, ਫਿਰ ਤੁਸੀਂ ਕਹੋਗੇ ਸਰ ਆਹ ਚੀਜ਼ ਨਹੀਂ ਕਰਾਈ ਸੀ। ਮੈਂ ਬਹੁਤ ਸਾਰੀ ਚੀਜ਼ਾਂ ਕਰਵਾ ਚੁੱਕਿਆ, ਦੱਸਦਾ ਵੀ ਹੁੰਨਾ, ਬਟ ਬਹੁਤ ਹੀ ਘੱਟ ਬੱਚੇ ਦੇਖਦੇ ਨੇ। ਤਾਂ ਦੇਖ ਲਿਆ ਕਰੋ ਜੇਕਰ ਪੇਪਰ ਪਾਸ ਕਰਨਾ ਹੈ। ਜੇ ਟਾਈਮ ਪਾਸ ਲਈ ਪੜ੍ਹ ਰਹੇ ਹੋ ਤਾਂ ਤੁਹਾਡੀ ਮਰਜ਼ੀ ਹੈ ਜੀ, ਫਿਰ ਪੇਪਰ ਨਹੀਂ ਨਿਕਲਣ ਵਾਲਾ ਹੈਗਾ। ਥੋੜ੍ਹੀ ਜਿਹੀ ਆਪਣੀ ਨੀਅਤ ਵੀ ਸਾਫ਼ ਰੱਖਣੀ ਹੈ, ਕਿਉਂਕਿ ਨੈਬ ਤਹਿਸੀਲਦਾਰ ਸਾਰਿਆਂ ਨੇ ਲੱਗਣਾ, ਮਿਹਨਤ ਕਿਸੇ ਕਿਸੇ ਨੇ ਕਰਨੀ ਹੈ। ਮਿਹਨਤ ਕਰੋਗੇ ਜੀ, ਉਸ ਸੀਟ ਦੇ ਕਾਬਲ ਹੋਗੇ ਤਾਂ ਹੀ ਪੇਪਰ ਕਰੈਕ ਕਰ ਪਾਓਗੇ। ਤਾਂ ਐਫੀਸ਼ੀਐਂਟ ਤਰੀਕੇ ਨਾਲ ਪੜ੍ਹਿਆ ਕਰੋ, ਨਾ ਕਿ ਟਾਈਮ ਪਾਸ ਕਰਨ ਲਈ। ਅਦਰਵਾਈਜ਼ ਪੜ੍ਹੋ ਹੀ ਨਾ, ਕੋਈ ਲੋੜ ਨਹੀਂ, ਕਿਸੇ ਨੂੰ ਦਿਖਾਉਣ ਲਈ ਨਹੀਂ ਪੜ੍ਹਨਾ। ਦਿਖਾ ਕੇ ਤੁਸੀਂ ਕਰਕੇ ਰਹੇ ਹੋ, ਟਾਈਮ ਵੇਸਟ ਕਰ ਰਹੇ ਹੋ, ਨਾ ਪੇਪਰ ਕਲੀਅਰ ਹੋਣਾ ਅਤੇ ਬਾਅਦ 'ਚ ਕਹੋਗੇ ਯਾਰ ਇੰਨਾ ਪੜ੍ਹਿਆ ਸੀਗਾ ਪੇਪਰ ਤਾਂ ਕਲੀਅਰ ਨਹੀਂ ਹੋਇਆ। ਵੀ ਆਪਣੀ ਨੀਅਤ ਹੀ ਨਹੀਂ ਸੀਗੀ ਪੜ੍ਹਨ ਦੀ, ਆਪਾਂ ਤਾਂ ਬਸ ਠੀਕ ਹੈ ਹਾਂ ਲੱਗਣਾ ਹੈ, ਪੇਪਰ ਆ ਗਿਆ ਤਾਂ ਸੀਜ਼ਨਲ ਬੱਚੇ ਆ। ਥੋੜ੍ਹਾ ਐਕਸਲੈਂਸ ਵੱਲ ਜਾਓ, ਥੋੜ੍ਹਾ ਪੜ੍ਹਨ ਦੇ ਵਿੱਚ ਧਿਆਨ ਰੱਖੋ, ਥੋੜ੍ਹਾ ਮੈਟਰ ਕਲੀਅਰ ਹੋਣਗੇ ਨਾ ਤੁਹਾਡੇ ਜਦੋਂ, ਉਦੋਂ ਹੀ ਪੜ੍ਹਨ ਦਾ ਮਜ਼ਾ ਆਊਗਾ। ਜੇ ਕੁਐਸਚਨ ਘੁਮਾ ਕੇ ਆ ਗਿਆ ਤਾਂ ਵੀ ਤੁਸੀਂ ਕਲੀਅਰ ਕਰ ਲਓਗੇ। ਲੇਕਿਨ ਜੇਕਰ ਤੁਸੀਂ ਬਸ ਐਵੇਂ ਟਾਈਮ ਪਾਸ ਲਈ ਪੜ੍ਹੋਗੇ ਤਾਂ ਡਜ਼ਨ ਮੀਨ ਕਿ ਤੁਸੀਂ ਪੇਪਰ ਕਲੀਅਰ ਕਰ ਲਓਗੇ। ਅਤੇ ਮੈਂ ਐਡਵਾਈਸ ਕਰਾਂਗਾ ਕਿ ਨਾ ਹੀ ਪੜ੍ਹੋ, ਫਿਰ ਤਾਂ ਟਾਈਮ ਵੇਸਟ ਕਰ ਰਹੇ ਹੋ, ਕੁਛ ਨਹੀਂ ਕਰ ਰਹੇ ਤੁਸੀਂ।
ਨੈਕਸਟ, ਹੂ ਵਾਜ਼ ਫੇਮਸ ਐਜ਼ ਦਾ ਗਾਂਧੀ ਆਫ ਅਫਰੀਕਾ। ਤੁਹਾਨੂੰ ਪਤਾ ਹੈ ਸਾਊਥ ਅਫਰੀਕਾ ਤੋਂ ਗਾਂਧੀ ਜੀ ਇੰਡੀਆ ਆਏ ਸੀਗੇ। ਕਦੋਂ ਆਏ ਸੀ? 1915 ਦੇ ਵਿੱਚ। ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ। ਇਸੇ ਡੇ ਨੂੰ ਆਪਾਂ NRI ਡੇ ਵੀ ਸੈਲੀਬ੍ਰੇਟ ਕਰਦੇ ਹਾਂ। ਕਿ ਤੁਸੀਂ ਦੱਸੋਗੇ ਮੈਨੂੰ ਉਹ ਕਿਹੜਾ ਦਿਨ ਹੈ ਜਿਹਨੂੰ ਆਪਾਂ ਪ੍ਰਵਾਸੀ ਦਿਵਸ ਯਾਨੀ ਕਿ NRI ਡੇ ਦੀ ਤਰ੍ਹਾਂ ਮਨਾਉਂਦੇ ਹਾਂ? ਚਲੋ ਆਪਾਂ ਮੁੜ ਕੇ ਕੁਐਸਚਨ ਤੇ ਆਉਂਦੇ ਹਾਂ। ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਜਿਹੜਾ ਪੁੱਛਿਆ ਮੈਂ। ਅਫਰੀਕਾ ਆਫ ਗਾਂਧੀ ਕਿਹਨੂੰ ਕਿਹਾ ਜਾਂਦਾ ਹੈਗਾ? ਗਾਂਧੀ ਆਫ ਅਫਰੀਕਾ ਇਹ ਕਿਹਾ ਜਾਂਦਾ ਹੈਗਾ ਜੀ ਨੈਲਸਨ ਮੰਡੇਲਾ ਜੀ ਨੂੰ। ਅਤੇ ਆਪਾਂ ਉਹਨਾਂ ਦੇ ਬਰਥਡੇ ਵਾਲੇ ਦਿਨ ਯਾਨੀ ਕਿ 18 ਜੁਲਾਈ ਨੂੰ ਮੰਡੇਲਾ ਡੇ ਵੀ ਸੈਲੀਬ੍ਰੇਟ ਕਰਦੇ ਹਾਂ। ਇੱਕ ਇੱਥੇ ਨਾਮ ਹੈਗਾ ਜੀ ਖਾਨ ਅਬਦੁਲ ਗਫਾਰ ਖਾਨ। ਇਹਨਾਂ ਨੂੰ ਫਰੰਟੀਅਰ ਗਾਂਧੀ ਕਿਹਾ ਜਾਂਦਾ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ ਕਿ ਕਿਹਨੂੰ ਫਰੰਟੀਅਰ ਗਾਂਧੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਤਾਂ ਉਹਨੇ ਖਾਨ ਅਬਦੁਲ ਗਫਾਰ ਖਾਨ। ਅਤੇ ਇਹਨਾਂ ਨੂੰ ਤਾਂ ਜੀ ਭਾਰਤ ਰਤਨ ਵੀ ਮਿਲਿਆ ਹੋਇਆ। ਆ ਦੋ ਹੀ ਪਰਸਨੈਲਿਟੀ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ, ਨੈਲਸਨ ਮੰਡੇਲਾ ਅਤੇ ਖਾਨ ਅਬਦੁਲ ਗਫਾਰ ਖਾਨ। ਅਤੇ ਮੈਂ ਪਾਰਟ 31 ਦੇ ਵਿੱਚ ਨਾ ਵਿਟਾਮਿਨਸ ਡੀਲ ਕੀਤਾ ਹੈ, ਯਾਨੀ ਕਿ ਵਿਟਾਮਿਨਸ ਦੇ ਉੱਪਰ ਜਿੰਨੇ UPSC PCS ਦੇ ਵਿੱਚ ਪੇਪਰ ਦੇ ਕੁਐਸਚਨ ਆਏ ਨੇ ਵਿਟਾਮਿਨਸ ਦੇ ਉੱਪਰ, ਉਹ ਸਾਰੇ ਮੈਂ ਇਹਦੇ ਵਿੱਚ ਡਿਟੇਲ ਨਾਲ ਸਮਝਾਏ ਨੇ। 31 ਪਾਰਟ ਜ਼ਰੂਰ ਦੇਖਿਓ ਨਾਇਬ ਤਹਿਸੀਲਦਾਰ ਦੀ ਸੀਰੀਜ਼ ਦਾ। ਇਹਦਾ ਵੀ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ। ਨੈਕਸਟ ਗੱਲ ਕਰ ਰਿਹਾ ਤਾਂ ਪੰਚਾਇਤੀ ਰਾਜ ਸਿਸਟਮ ਵਾਜ਼ ਫਾਰਮਲਾਈਜ਼ਡ ਇਨ ਦਾ ਈਅਰ ਬਾਈ ਵਿਚ ਅਮੈਂਡਮੈਂਟ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ। ਉਹਨੂੰ ਕੌਨਸਟੀਟਿਊਸ਼ਨ ਦੇ ਵਿੱਚ ਪੁੱਛਿਆ ਗਿਆ ਕਿ ਪੰਚਾਇਤੀ ਰਾਜ ਕਦੋਂ ਐਡ ਕੀਤਾ ਗਿਆ, ਕਿਹੜੇ ਕੌਨਸਟੀਟਿਊਸ਼ਨ ਅਮੈਂਡਮੈਂਟ ਦੇ ਕਰਕੇ ਹੋਇਆ। ਦੇਖੋ ਜੀ 4 ਆਪਸ਼ਨ ਦਿੱਤੇ ਨੇ ਅਤੇ ਕਾਫੀ ਈਜ਼ੀ ਦਿੱਤੇ ਨੇ। ਸਭ ਤੋਂ ਪਹਿਲਾਂ ਦਿੱਤਾ ਹੈ 44th ਅਮੈਂਡਮੈਂਟ। ਚਲੋ ਪਹਿਲਾਂ ਆਪਾਂ ਪੰਚਾਇਤ ਰਾਜ ਬਾਰੇ ਗੱਲ ਕਰਦੇ ਹਾਂ ਕਿ ਉਹ ਸ਼ੈਡਿਊਲ ਜਿਹੜੇ 11ਵੇਂ ਦੇ ਵਿੱਚ ਹੈ ਅਤੇ ਇੰਪਲੀਮੈਂਟ ਹੋਇਆ ਸੀਗਾ 1993 ਦੇ ਵਿੱਚ, ਲੇਕਿਨ ਬਣਿਆ ਕਦੋਂ ਸੀਗਾ? 1992 ਦੇ ਵਿੱਚ। ਅਤੇ ਕੌਨਸਟੀਟਿਊਸ਼ਨ ਅਮੈਂਡਮੈਂਟ ਸੀਗਾ 73rd। ਜਿਹੜੀ ਮਿਊਨਸੀਪੈਲਿਟੀ ਸੀਗੀ ਉਹ 74th ਦੇ ਵਿੱਚ ਬਣੀ ਸੀਗੀ ਅਤੇ ਉਹ ਸ਼ੈਡਿਊਲ 12ਵੇਂ ਵਿੱਚ ਆ ਗਏ ਸੀਗੇ। ਨੈਕਸਟ ਗੱਲ ਕਰਦੇ ਹਾਂ 61st ਅਮੈਂਡਮੈਂਟ। 61st ਅਮੈਂਡਮੈਂਟ ਦੇ ਵਿੱਚ ਹੋਇਆ ਕੀ ਸੀਗਾ? ਆਪਣੀ ਜਿਹੜੀ ਵੋਟਿੰਗ ਏਜ ਸੀਗੀ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀਗੀ। ਫਿਰ ਗੱਲ ਕਰਦੇ ਹਾਂ 36th ਅਮੈਂਡਮੈਂਟ। ਉਹਦੇ ਵਿੱਚ ਕੀ ਹੋਇਆ ਸੀਗਾ? ਸਿੱਕਿਮ ਜਿਹੜਾ ਸੀਗਾ ਇੰਡੀਆ ਦਾ 22nd ਸਟੇਟ ਬਣਿਆ ਸੀਗਾ 36th ਅਮੈਂਡਮੈਂਟ ਦੇ ਵਿੱਚ। ਅਤੇ ਜਿਹੜਾ 44th ਅਮੈਂਡਮੈਂਟ ਹੈ ਉਹਦੇ ਵਿੱਚ ਕੀ ਹੋਇਆ ਸੀਗਾ? ਕਾਫੀ ਕੁਛ ਹੋਇਆ ਸੀਗਾ, ਲੇਕਿਨ ਮੈਂ ਇੱਕ ਛੋਟੀ ਚੀਜ਼ ਐਡ ਕਰ ਰਿਹਾ ਕਿ ਜਿਹੜਾ ਰਾਈਟ ਟੂ ਪ੍ਰੋਪਰਟੀ ਸੀਗਾ ਉਹਨੂੰ ਫੰਡਾਮੈਂਟਲ ਰਾਈਟਸ ਤੋਂ ਹਟਾ ਕੇ ਉਹਨੂੰ ਇੱਕ ਲੀਗਲ ਰਾਈਟ ਬਣਾਇਆ ਗਿਆ ਸੀਗਾ। ਫੰਡਾਮੈਂਟਲ ਰਾਈਟਸ, ਰਾਈਟ ਟੂ ਪ੍ਰੋਪਰਟੀ ਕਿਵੇਂ ਜੀ? ਜਿਵੇਂ ਆਪਾਂ ਦੇਖਦੇ ਨਾ ਵੀ ਨਵੇਂ ਪ੍ਰੋਜੈਕਟ ਬਣਦੇ ਨੇ ਤਾਂ ਜਿਹੜੀ ਕੁਛ ਪਿੰਡ ਨੇ ਜਾਂ ਕੁਛ ਖੇਤ ਆਉਂਦੇ ਨੇ ਜਿਹੜੇ ਉਹ ਸੜਕ ਦੇ ਰਸਤੇ ਵਿੱਚ ਆਉਂਦੇ ਨੇ, ਉਹ ਕਰਦੇ ਕੀ ਨੇ, ਕਿਸਾਨਾਂ ਨੂੰ ਇੱਕ ਪਰਟੀਕੂਲਰ ਰੇਟ ਦੇ ਕੇ ਉਹ ਜ਼ਮੀਨ ਖਰੀਦ ਲੈਂਦੇ ਨੇ ਅਤੇ ਉਹਦੇ ਉੱਪਰ ਸੜਕ ਬਣਾਈ ਜਾਂਦੀ ਹੈਗੀ ਹੈ। ਜੇਕਰ ਰਾਈਟ ਟੂ ਪ੍ਰੋਪਰਟੀ ਫੰਡਾਮੈਂਟਲ ਰਾਈਟ ਹੁੰਦਾ ਨਾ ਤਾਂ ਇਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਸੀਗਾ ਕਿ ਸਾਡੀ ਸੜਕਾਂ ਸਰਕਾਰ ਖੋਹ ਰਹੀ ਹੈ, ਇੱਥੇ ਇੰਡਸਟਰੀ ਬਣੇਗੀ ਜਾਂ ਸੜਕਾਂ ਬਣਨਗੀਆਂ, ਇਹਨੂੰ ਚੈਲੰਜ ਕੀਤਾ ਜਾ ਸਕਦਾ ਸੀਗਾ। ਲੇਕਿਨ ਰਾਈਟ ਟੂ ਪ੍ਰੋਪਰਟੀ ਲੀਗਲ ਹਟਾ ਹੀ ਦਿੱਤਾ ਜਦੋਂ ਫੰਡਾਮੈਂਟਲ ਰਾਈਟਸ ਤੋਂ, ਤਾਂ ਹੁਣ ਜਿਹੜੇ ਡਿਸਪਿਊਟ ਨੇ ਉਹਦੇ ਉੱਪਰ ਕੇਸ ਕੀਤਾ ਜਾ ਸਕਦਾ ਹੈਗਾ। ਲੇਕਿਨ ਇਸ ਗੱਲ ਨੂੰ ਜਵਾਬ ਨਹੀਂ ਦਿੱਤਾ ਜਾ ਸਕਦਾ ਕਿ ਆਹ ਜਿਹੜੀ ਸਾਡੀ ਜ਼ਮੀਨ ਹੈ ਸੜਕ ਲਈ ਨਹੀਂ ਲਿੱਤੀ ਜਾ ਸਕਦੀ। ਆਹ ਵੀ ਗੌਰਮੈਂਟ ਦੇ ਜਿਹੜੇ ਨੇ ਆਪਣੇ ਦਾਅ ਪੇਚ ਹੁੰਦੇ ਨੇ। ਅਤੇ ਨੈਕਸਟ ਕੁਐਸਚਨ 'ਤੇ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਰੈੱਡ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜੀ। ਤੁਹਾਨੂੰ ਹੋਰ ਵੀ ਬੈਨੀਫੀਸ਼ੀਅਲ ਵੀਡੀਓ ਮਿਲਣੀਆਂ ਨੇ। PDF ਐਜ਼ ਆਲ ਯੂਜੂਅਲ ਤੁਹਾਨੂੰ ਪਤਾ ਹੈ ਟੈਲੀਗ੍ਰਾਮ 'ਤੇ ਮਿਲੂਗੀ। ਅਤੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਸਪੈਸ਼ਲੀ ਇੰਸਟਾਗ੍ਰਾਮ 'ਤੇ ਪੁੱਛ ਸਕਦੇ ਹੋ। ਮੈਂ ਸਾਰੀ ਕੁਐਰੀ ਜਿਹੜਾ ਹੈ ਆਪ ਹੀ ਡੀਲ ਕਰਦਾ। ਤਿੰਨਾਂ ਦੇ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। ਨੈਕਸਟ ਗੱਲ ਕਰ ਰਿਹਾ ਵਾਈ ਰੇਡੀਓਲੋਜਿਸਟ ਡੂ ਨਾਟ ਟੇਕ ਡਾਇਰੈਕਟ ਐਕਸਰੇ ਫੋਟੋਗ੍ਰਾਫ ਆਫ ਇੰਟੈਸਟਾਈਨ। ਜਿਹੜੀ ਆਪਣੀ ਆਂਤ ਹੁੰਦੀ ਹੈ ਉਹਦਾ ਜਿਹੜਾ ਰੇਡੀਓਲੋਜਿਸਟ ਨੇ ਉਹ ਡਾਇਰੈਕਟ ਐਕਸਰੇ ਕਿਉਂ ਨਹੀਂ ਲੈਂਦੇ ਹੈਗੇ? ਨੋਰਮਲੀ ਐਕਸਰੇ ਕੀ ਆਪਾਂ ਬੋਨਸ ਦੇ ਵਿੱਚ ਯੂਜ਼ ਕਰਦੇ ਹਾਂ, ਕੋਈ ਬੋਨ ਫ੍ਰੈਕਚਰ ਆ ਗਿਆ ਐਕਸਰੇ ਉਸੇ ਟਾਈਮ ਯੂਜ਼ ਹੁੰਦਾ ਹੈਗਾ, ਲੇਕਿਨ ਇੰਟੈਸਟਾਈਨ ਦੇ ਵਿੱਚ ਕਿਉਂ ਨਹੀਂ ਯੂਜ਼ ਕੀਤਾ ਜਾਂਦਾ ਹੈਗਾ? ਇੰਟੈਸਟਾਈਨ ਦੇ ਵਿੱਚ ਇਸ ਕਰਕੇ ਯੂਜ਼ ਨਹੀਂ ਹੁੰਦਾ ਕਿਉਂਕਿ ਐਕਸਰੇ ਜਿਹੜਾ ਹੈਗਾ ਉਹ ਕਲੀਅਰ ਪਿਕਚਰ ਨਹੀਂ ਲੈ ਪਾਉਂਦਾ ਹੈਗਾ। ਜੇਕਰ ਆਪਾਂ ਨੂੰ ਇੰਟੈਸਟਾਈਨ ਦੀ ਕਲੀਅਰ ਪਿਕਚਰ ਚਾਹੀਦੀ ਹੈ ਉਹ ਜਿਹੜਾ ਹੈਗਾ ਐਂਡੋਸਕੋਪੀ ਉਹਦੇ ਲਈ ਆਪਾਂ ਯੂਜ਼ ਕਰਾਂਗੇ, ਨਾ ਕਿ ਐਕਸਰੇ। ਹਾਲਾਂਕਿ ਜਿਹੜੇ ਆਪਸ਼ਨ ਨੇ ਕਾਫੀ ਜ਼ਿਆਦਾ ਘੁਮਾ ਫਿਰਾ ਕੇ ਦਿੱਤੇ ਗਏ ਨੇ। ਆਪਾਂ ਨੂੰ ਲੱਗ ਸਕਦਾ ਜਿਵੇਂ ਆਪਸ਼ਨ ਨੰਬਰ A ਹੋ ਸਕਦਾ ਸਹੀ, ਇਹਦਾ B ਹੋ ਸਕਦਾ ਹੈਗਾ ਜਾਂ D ਵੀ ਹੋ ਸਕਦਾ ਹੈਗਾ, ਲੇਕਿਨ ਇਹਦਾ ਐਗਜ਼ੈਕਟ ਆਨਸਰ ਜਿਹੜਾ ਹੈ ਉਹ ਆਹੀ ਰੀਜ਼ਨ ਹੈ। ਇਸੇ ਕਰਕੇ ਇੰਟੈਸਟਾਈਨ ਦਾ ਜਿਹੜਾ ਰੇਡੀਓਲੋਜਿਸਟ ਨੇ ਉਹ ਐਕਸਰੇ ਨਹੀਂ ਕਰਦੇ, ਉਹ ਐਂਡੋਸਕੋਪੀ ਯੂਜ਼ ਕਰਦੇ ਨੇ। ਹੁਣ ਜੇ ਮੈਂ ਐਕਸਰੇ ਬਾਰੇ ਗੱਲ ਕਰਾਂ, WC ਰੌਂਗਟਨ ਨੇ ਡਿਸਕਵਰ ਕੀਤਾ ਸੀਗਾ। ਅਤੇ ਜੇ ਸਮੋਲ ਇੰਟੈਸਟਾਈਨ ਬਾਰੇ ਗੱਲ ਕਰਾਂ, ਕਿਉਂਕਿ ਇੰਟੈਸਟਾਈਨ ਬਾਰੇ ਕੁਐਸਚਨ ਹੈ, ਤਾਂ ਜਿਹੜਾ ਮੈਕਸੀਮਮ ਐਬਜ਼ੋਰਪਸ਼ਨ ਆਫ ਜਿਹੜਾ ਫੂਡ ਹੁੰਦਾ ਹੈਗਾ ਉਹ ਸਮੋਲ ਇੰਟੈਸਟਾਈਨ 'ਤੇ ਹੁੰਦਾ ਹੈ, ਅਤੇ ਜਿਹੜਾ ਫਾਈਨਲ ਡਾਈਜੈਸ਼ਨ ਅਕਰ ਹੁੰਦਾ ਉਹ ਵੀ ਸਮੋਲ ਇੰਟੈਸਟਾਈਨ 'ਤੇ ਹੁੰਦਾ ਹੈ। ਅਤੇ ਜਿਹੜਾ ਲਾਰਜ ਇੰਟੈਸਟਾਈਨ ਦੇ ਵਿੱਚ ਹੁੰਦਾ ਹੈ ਉਹ ਕੀ ਕਰਦਾ ਹੈ ਜੀ? ਉਹ ਵਾਟਰ ਐਬਜ਼ੋਰਬ ਕਰਦਾ ਹੈ। ਦੇਖੋ ਹੁਣ ਡਿਫਰੈਂਸ ਕਲੀਅਰ ਹੋ ਗਿਆ। ਸਮੋਲ ਇੰਟੈਸਟਾਈਨ ਜਿਹੜਾ ਫੂਡ ਐਬਜ਼ੋਰਬ ਕਰਦਾ ਅਤੇ ਲਾਰਜ ਇੰਟੈਸਟਾਈਨ ਵਾਟਰ ਐਬਜ਼ੋਰਬ ਕਰਦਾ। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਫੰਕਸ਼ਨ ਆਫ ਕਿਡਨੀ। ਕਿਡਨੀ ਦਾ ਕਿਹੜਾ ਫੰਕਸ਼ਨ ਨਹੀਂ ਹੈ, ਯਾਨੀ ਕਿ ਕਿਡਨੀ ਚਾਰਾਂ ਵਿੱਚੋਂ ਕਿਹੜਾ ਕੰਮ ਨਹੀਂ ਕਰਦੀ?
ਤੁਹਾਨੂੰ ਯਾਦ ਹੋਏਗਾ ਸਟਰਕਚਰਲ ਯੂਨਿਟ ਕਿਹੜਾ ਹੁੰਦਾ ਹੈ ਜੀ ਕਿਡਨੀ ਦਾ, ਉਹ ਹੁੰਦਾ ਹੈਗਾ ਨੈਫਰੋਨ, ਤੇ ਸਟੱਡੀ ਆਫ ਕਿਡਨੀ ਨੂੰ ਆਪਾਂ ਨੈਫਰੋਲੋਜੀ ਵੀ ਕਹਿੰਦੇ ਹਾਂ। ਰੈਗੂਲੇਟ ਕਰਦਾ ਹੈਗਾ, ਆਪਸ਼ਨ ਨੰਬਰ ਕਹਿ ਰਿਹਾ ਪਹਿਲਾਂ ਕਿ ਬਲੱਡ ਪੀਐਚ ਰੈਗੂਲੇਟ ਕਰਦਾ ਹੈ ਬਿਲਕੁਲ ਕਰਦਾ, ਕਿਉਂਕਿ ਇਹ ਜਿਹੜਾ ਰੈਗੂਲੇਟ ਕਰਦਾ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨ ਨੂੰ ਰੈਗੂਲੇਟ ਕਰਦਾ, ਦੈਟ ਮੀਨਸ ਇਹ ਬਲੱਡ ਪੀਐਚ ਨੂੰ ਰੈਗੂਲੇਟ ਕਰਦਾ ਹੈ। ਬਲੱਡ ਦਾ ਪੀਐਚ ਤੁਹਾਨੂੰ ਪਤਾ ਹੀ ਹੈ 7.4 ਹੁੰਦਾ ਹੈਗਾ ਜੀ। ਦੂਜੀ ਗੱਲ ਕਹਿ ਰਿਹਾ ਕਿ ਮੈਟਾਬੋਲਿਜ਼ਮ ਵੇਸਟ ਨੂੰ ਕੱਢਦਾ ਹੈਗਾ। ਜਿਹੜਾ ਨੈਫਰੋਨ ਹੈ ਉਹ ਅਲਟਰਾ ਫਿਲਟਰੇਸ਼ਨ ਦੇ ਵਿੱਚ ਜਿਹੜਾ ਮੈਟਾਬੋਲਿਕ ਵੇਸਟ ਹੁੰਦਾ ਹੈ ਉਹਨੂੰ ਵੀ ਜਿਹੜਾ ਹੈਗਾ ਰਿਮੂਵ ਕਰਦਾ ਹੈ, ਤਾਂ ਆਪਸ਼ਨ ਨੰਬਰ ਬੀ ਵੀ ਸਹੀ ਹੈ। ਲੇਕਿਨ ਜੇ ਪ੍ਰੋਡਕਸ਼ਨ ਆਫ ਐਂਟੀਬਾਡੀਜ਼ ਬਾਰੇ ਗੱਲ ਕਰਦਾ ਤਾਂ ਕਿਡਨੀ ਦਾ ਕੰਮ ਨਹੀਂ ਹੁੰਦਾ ਹੈਗਾ ਇਹ। ਅਤੇ ਜਿਹੜਾ ਅਲਟਰਾ ਫਿਲਟਰੇਸ਼ਨ ਹੁੰਦਾ ਨਾ, ਜਿਵੇਂ ਉਹਦੇ ਵਿੱਚ ਯੂਰੀਨ ਨੂੰ ਕਿਡਨੀ ਜਿਹੜਾ ਸਾਫ਼ ਕਰਦੀ ਹੈ ਅਤੇ ਅੱਡ ਕਰਦੀ ਹੈ, ਅਤੇ ਫਿਰ ਜਿਹੜਾ ਵੇਸਟ ਮਟੀਰੀਅਲ ਹੈ ਬਾਹਰ ਨਿਕਲ ਜਾਂਦਾ ਹੈਗਾ। 95% ਉਹਦੇ ਵਿੱਚ ਵਾਟਰ ਹੁੰਦਾ ਅਤੇ 2% ਜਿਹੜਾ ਹੁੰਦਾ ਉਹ ਯੂਰੀਆ ਹੁੰਦਾ, ਅਤੇ ਬਾਕੀ ਹੋਰ ਵੀ ਚੀਜ਼ਾਂ ਹੁੰਦੀਆਂ ਨੇ, ਯੂਰਿਕ ਐਸਿਡ ਹੋ ਗਿਆ ਵਗੈਰਾ ਵਗੈਰਾ ਕਾਫੀ ਚੀਜ਼ਾਂ, ਲੇਕਿਨ ਜਿਹੜਾ ਇੰਪੋਰਟੈਂਟ ਹੈ ਉਹ ਦੋ ਹੀ ਨੇ। ਅਤੇ ਹੁਣ ਜੇਕਰ ਮੈਂ ਗੱਲ ਕਰਾਂ ਰੈਗੂਲੇਸ਼ਨ ਆਫ ਓਸਮੋਟਿਕ ਪ੍ਰੈਸ਼ਰ ਆਫ ਦਾ ਬਲੱਡ, ਤਾਂ ਬਲੱਡ ਨੂੰ ਵੀ ਸਾਫ਼ ਕਰਦੀ ਹੈ ਅਤੇ ਉਹਦੇ ਜਿਹੜਾ ਓਸਮੋਟਿਕ ਪ੍ਰੈਸ਼ਰ ਹੁੰਦਾ ਹੈਗਾ ਉਹਨੂੰ ਵੀ ਇਹ ਰੈਗੂਲੇਟ ਕਰਦਾ ਹੈ। ਤਾਂ ਇਹਦਾ ਆਨਸਰ ਕੀ ਹੋ ਜਾਊਗਾ ਜੀ ਆਪਸ਼ਨ ਨੰਬਰ ਸੀ, ਕੀ ਹੈ ਐਂਟੀਬੋਡੀਜ਼ ਨਹੀਂ ਬਣਾਉਂਦਾ। ਅਤੇ ਨਹੀਂ ਬਣਾਉਂਦਾ ਤਾਂ ਫਿਰ ਐਂਟੀਬੋਡੀਜ਼ ਕੌਣ ਬਣਾਉਂਦੇ ਆ? ਇਸ ਕੁਐਸਚਨ ਦਾ ਜਵਾਬ ਤੁਸੀਂ ਦਿਓਗੇ ਮੈਨੂੰ ਕਮੈਂਟ ਸੈਕਸ਼ਨ ਦੇ ਅੰਦਰ। ਆਈ ਐਮ ਵੇਟਿੰਗ ਕਿ ਦੇਖਦਾ ਕਿੰਨੇ ਸਟੂਡੈਂਟ ਇਸ ਕੁਐਸਚਨ ਬਾਰੇ ਜਾਣਦੇ ਨੇ ਅਤੇ ਉਹਨਾਂ ਦਾ ਜਵਾਬ ਦੇਣਗੇ। ਮੂਵਿੰਗ ਔਨ ਟੂ ਦਾ ਨੈਕਸਟ, ਰਾਮਚਰਿਤਮਾਨਸ ਇਜ਼ ਐਨ ਐਪਿਕ ਪੋਇਮ ਰਿਟਨ ਇਨ ਵਿਚ ਲੈਂਗੁਏਜ, ਯਾਨੀ ਕਿ ਰਾਮਚਰਿਤਮਾਨਸ ਜਿਹੜੀ ਸੀਗੀ ਉਹ ਤੁਲਸੀਦਾਸ ਜੀ ਨੇ ਲਿਖੀ ਸੀ, ਤਾਂ ਉਹ ਕਿਹੜੀ ਲੈਂਗੁਏਜ ਦੇ ਵਿੱਚ ਲਿਖੀ ਗਈ ਸੀਗੀ? ਦੇਖੋ ਰਾਮਚਰਿਤਮਾਨਸ ਲਿਖੀ ਗਈ ਸੀਗੀ ਅਵਧੀ ਲੈਂਗੁਏਜ ਦੇ ਅੰਦਰ, ਤੁਲਸੀਦਾਸ ਦੁਆਰਾ ਲਿਖੀ ਗਈ ਸੀ। ਹੁਣ ਇੱਕ ਦੋ ਪੁਆਇੰਟ ਹੋਰ ਨੇ, ਜਿਵੇਂ ਅਸਲ ਰਾਮਾਇਣ ਜਿਹੜੀ ਸੀ ਉਹ ਕਿਹਨੇ ਲਿਖੀ ਸੀਗੀ? ਉਹ ਵਾਲਮੀਕੀ ਜੀ ਨੇ ਲਿਖੀ ਸੀਗੀ। ਇੱਕ ਕੁਐਸਚਨ ਹੋਰ ਬਹੁਤ ਵਾਰ ਪੁੱਛਿਆ ਜਾਂਦਾ ਹੈਗਾ ਕਿ ਜਿਹੜੀ ਰਾਮਾਇਣ ਸੀ ਉਹਨੂੰ ਪਰਸ਼ੀਅਨ ਕਿ ਫਾਰਸੀ ਭਾਸ਼ਾ ਵਿੱਚ ਕਨਵਰਟ ਜਾਂ ਟਰਾਂਸਲੇਟ ਕਿਹਨੇ ਕੀਤਾ ਸੀਗਾ? ਉਹ ਕੀਤਾ ਸੀਗਾ ਜੀ ਅਕਬਰ ਦੇ ਟਾਈਮ 'ਤੇ ਅਬਦੁਲ ਕਾਦਰ ਬਦਾਯੂਨੀ। ਇਹ ਨਾਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਗੱਲ ਕਰਦਾ ਹੈ ਵਿਚ ਆਫ ਦਾ ਫੋਲੋਇੰਗ ਆਰ ਕੰਸੀਡਰਡ ਟੂ ਬੀ ਸਟ੍ਰੈਸਡ ਐਸੈਟ ਆਫ ਏ ਬੈਂਕ। ਕਿਸੇ ਵੀ ਬੈਂਕ ਦਾ ਜਿਹੜਾ ਸਟ੍ਰੈਸ ਐਸਿਡ ਹੈਗਾ, ਸਟ੍ਰੈਸਡ ਐਸਿਡ, ਉਹ ਕਿਹੜਾ ਹੁੰਦਾ ਹੈਗਾ? ਸਭ ਤੋਂ ਪਹਿਲਾ ਆਪਸ਼ਨ ਕਹਿ ਰਿਹਾ NPA। NPA ਆਪਾਂ ਜਿਹਨੂੰ ਕਹਿੰਦੇ ਹਾਂ ਨੋਨ ਪਰਫੋਰਮਿੰਗ ਐਸਿਡ, ਯਾਨੀ ਕਿ ਕਿਸੇ ਨੇ ਬੈਂਕ ਤੋਂ ਲੋਨ ਲਿਆ ਅਤੇ 90 ਦਿਨਾਂ ਦੇ ਅੰਦਰ ਨਾ ਤਾਂ ਕੋਈ ਇੰਟਰਸਟ ਪੇ ਕੀਤਾ ਨਾ ਕੋਈ ਪ੍ਰਿੰਸੀਪਲ ਪੇ ਕੀਤਾ, ਦੈਟ ਮੀਨਸ ਬੈਂਕ ਉਹਨੂੰ ਇੱਕ NPA ਕੰਸੀਡਰਡ ਕਰ ਲਏਗਾ। ਤਾਂ ਕੀ ਇਹਦਾ ਆਨਸਰ ਇਹ ਹੋ ਜਾਊਗਾ? ਹਾਲੇ ਆਪਾਂ ਹੋਰ ਆਪਸ਼ਨ ਵੀ ਡਿਸਕਸ ਕਰਦੇ ਹਾਂ। ਫਿਰ ਗੱਲ ਕਰ ਰਿਹਾ ਰੀਸਟਰਕਚਰਡ ਲੋਨ, ਯਾਨੀ ਕਿ ਜਿਹੜੇ ਲੋਨ ਦੁਬਾਰਾ ਰੀਸਟਰਕਟ ਕਰਵਾਏ ਗਏ ਨੇ, ਕੰਸਟਰਕਟ ਕਰਵਾਏ ਗਏ ਨੇ, ਅਤੇ ਉਹ ਵੀ ਜਿਹੜੇ ਨੇ ਉਹ ਸਟ੍ਰੈਸ ਲੋਨ ਦੇ ਵਿੱਚ ਕਵਰ ਹੁੰਦੇ ਨੇ, ਯਾਨੀ ਕਿ ਸਟ੍ਰੈਸਡ ਐਸਿਡ ਦੇ ਵਿੱਚ ਕਵਰ ਹੁੰਦੇ ਨੇ। ਦੈਟ ਮੀਨਸ ਆ ਦੋਨੋਂ ਤਾਂ ਆਪਸ਼ਨ ਸਹੀ ਨੇ। ਥਰਡ ਗੱਲ ਕਹਿ ਰਿਹਾ ਰਿਟਰਨ ਆਫ ਐਸਿਡ। ਇਹਦਾ ਤੁਸੀਂ ਲਾਸਟ ਈਅਰ ਦੇਖਿਆ ਵੀ ਹੋਣਾ ਕਿ ਜਿਹੜੇ ਆਪਣੇ ਇੰਡੀਆ ਕੰਟਰੀ ਦੇ ਵਿੱਚ ਜਿਹੜੇ ਵੀ ਧੋਖੇ ਕਰਕੇ ਗਏ ਨੇ, ਫਰੋਡ ਕਰਕੇ ਗਏ ਨੇ, ਨੀਰਵ ਮੋਦੀ ਹੋ ਗਿਆ ਜਾਂ ਹੋਰ ਵੀ ਜਿਹੜੇ ਵੀ ਵਿਜੇ ਮਾਲਿਆ ਕਾਈਂਡ ਆਫ ਨਾਮ, ਮੈਹੁਲ ਚੌਕਸੀ ਹੋ ਗਿਆ, ਇਹਨਾਂ ਦੇ ਜਿਹੜੇ ਐਸਿਡ ਸੀਗੇ ਉਹ ਰਿਟਰਨ ਆਫ ਕੀਤੇ ਸੀਗੇ, ਵੇਵ ਆਫ ਕੀਤੇ ਸੀਗੇ ਬੈਲੈਂਸ ਸ਼ੀਟ ਮੇਨਟੇਨ ਵਗੈਰਾ ਕਰਨ ਦੇ ਲਈ। ਤਾਂ ਇਹ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਸਟ੍ਰੈਸ ਐਸਿਡ ਦੇ ਵਿੱਚ ਆਉਂਦਾ ਹੈ। ਦੈਟ ਮੀਨਸ ਆਪਸ਼ਨ ਨੰਬਰ ਡੀ, all of above are considered to be stressed asset of a bank। ਇੰਪੋਰਟੈਂਟ ਕੁਐਸਚਨ ਹੈ, ਧਿਆਨ ਨਾਲ ਸੋਲਵ ਕਰ ਰਹੇ ਹਾਂ। ਨੈਕਸਟ ਗੱਲ ਕਰ ਰਿਹਾ ਹਾਲਾਂਕਿ ਥੋੜੀ ਤਬੀਅਤ ਖਰਾਬ ਹੈ, ਫਿਰ ਵੀ ਮੈਂ ਟਰਾਈ ਕਰ ਰਿਹਾ ਕਿ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਾਂ। ਨੈਕਸਟ ਗੱਲ ਕਰ ਰਿਹਾ ਰੀਅਲ ਓਨਰ ਆਫ ਏ ਕੰਪਨੀ, ਯਾਨੀ ਕਿ ਕੰਪਨੀ ਦੇ ਰੀਅਲ ਓਨਰ ਕੌਣ ਹੁੰਦੇ ਨੇ? ਆਪਸ਼ਨ ਨੰਬਰ ਏ ਕੀ ਕਹਿ ਰਿਹਾ ਡਿਬੈਂਚਰ ਹੋਲਡਰ। ਡਿਬੈਂਚਰ ਹੋਲਡਰ ਬੇਸਿਕਲੀ ਹੁੰਦਾ ਕੀ ਹੈ? ਇੱਕ ਗੌਰਮੈਂਟ ਆਰਗੇਨਾਈਜੇਸ਼ਨ ਵੀ ਹੋ ਸਕਦੀ ਹੈ, ਫਿਰ ਕਾਰਪੋਰੇਸ਼ਨ ਵੀ ਹੋ ਸਕਦਾ ਹੈ। ਹੋਊਗਾ ਕਿ ਉਹ ਕਿਸੇ ਨੂੰ ਪੈਸੇ ਜਿਹੜਾ ਹੈਗਾ ਦੇਊਗਾ, ਇੱਕ ਫਿਕਸਡ ਅਮਾਊਂਟ ਦੇਊਗਾ, ਇੱਕ ਫਿਕਸਡ ਰੇਟ ਆਫ ਇੰਟਰਸਟ 'ਤੇ ਦੇਊਗਾ, ਅਤੇ ਕਦੋਂ ਵਾਪਸ ਕਰਨਾ ਹੈਗਾ ਜਾਂ ਵਿਆਜ ਕਦੋਂ ਵਾਪਸ ਕਰਨਾ ਪਰਟੀਕੂਲਰ ਟਾਈਮ 'ਤੇ, ਉਹ ਚੀਜ਼ਾਂ ਫਿਕਸ ਹੁੰਦੀਆਂ ਨੇ। ਤਾਂ ਬੇਸਿਕਲੀ ਪੈਸੇ ਦੇਣਾ ਕਿਹਦੇ ਦੁਆਰਾ? ਇੱਕ ਗਵਰਨਮੈਂਟ ਦੁਆਰਾ ਜਾਂ ਫਿਰ ਕਿਸੇ ਉਹਦੇ ਦੁਆਰਾ, ਯਾਨੀ ਕਿ ਕੰਪਨੀ ਦੇ ਦੁਆਰਾ। ਅਗਰ ਮੈਂ ਦੇਸੀ ਲੈਂਗੁਏਜ ਦੇ ਵੀ ਦੱਸਾਂ ਕਿ ਆਪਾਂ ਕਿਸੇ ਜਿਵੇਂ ਆੜ੍ਹਤੀ ਤੋਂ ਨਾ ਪੈਸੇ ਧਾਰੇ ਫੜ ਲਏ ਅਤੇ ਆਪਾਂ ਪ੍ਰਿੰਸੀਪਲ ਨਹੀਂ ਮੋੜ ਰਹੇ, ਇਕੱਲਾ ਸਿਰਫ ਆਪਾਂ ਵਿਆਜ ਮੋੜ ਰਹੇ ਹਾਂ। ਅਤੇ ਜੇਕਰ ਮੰਨ ਲਓ ਕੋਈ ਕੰਪਨੀ ਵਿਕਣੇ ਦੀ ਕਗਾਰ 'ਤੇ ਵੀ ਆ ਜਾਂਦੀ ਹੈ ਨਾ, ਤਾਂ ਫਸਟ ਪ੍ਰੈਫਰੈਂਸ ਜਿਹੜੀ ਆ ਉਹ ਡਿਬੈਂਚਰ ਹੋਲਡਰ ਨੂੰ ਹੀ ਦਿੱਤੀ ਜਾਂਦੀ ਹੈਗੀ ਹੈ। ਤਾਂ ਡਿਬੈਂਚਰ ਹੋਲਡਰ ਨੂੰ ਆਪਾਂ ਰੀਅਲ ਓਨਰ ਤਾਂ ਨਹੀਂ ਕਹਿ ਸਕਦੇ। ਸੈਕਿੰਡ ਗੱਲ ਕਰ ਰਿਹਾ ਡਾਇਰੈਕਟਰ ਆਫ ਦਾ ਕੰਪਨੀ ਦੇ ਦੇਖੋ ਇੱਕ ਤੋਂ ਜ਼ਿਆਦਾ ਵੀ ਡਾਇਰੈਕਟਰਸ ਹੋ ਸਕਦੇ ਨੇ, ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਰੀਅਲ ਓਨਰ ਨੇ, ਬੇਸਿਕਲੀ ਉਹ ਵਰਕਰ ਨੇ। ਨੈਕਸਟ ਗੱਲ ਕਰ ਰਿਹਾ ਇਕਵੀ ਸ਼ੇਅਰ ਹੋਲਡਰ। ਜਿਹੜੇ ਸ਼ੇਅਰ ਹੋਲਡਰ ਨੇ ਬੇਸਿਕਲੀ ਕੰਪਨੀ ਦੇ ਮਾਲਕ ਨਾ ਸ਼ੇਅਰ ਹੋਲਡਰ ਹੀ ਹੁੰਦੇ ਨੇ, ਜਿਹੜੇ ਇਕੁਇਟੀ ਸ਼ੇਅਰ ਹੋਲਡਰ ਹੁੰਦੇ ਨੇ ਨਾ ਉਹੀ ਰੀਅਲ ਮਾਲਕ ਹੁੰਦੇ ਨੇ ਵੀ ਕਿੰਨੇ ਕਿੰਨਾ % ਸ਼ੇਅਰ ਲਿੱਤਾ ਹੈ ਕੰਪਨੀ ਦਾ। ਆਪਸ਼ਨ ਨੰਬਰ ਸੀ ਹੋ ਜਾਊਗਾ ਇਹਦਾ ਸਹੀ ਆਨਸਰ। ਅਤੇ ਅੱਗੇ ਜਿਹੜਾ ਬੀਅਰਰ ਬੌਂਡ ਹੋਲਡਰ
ਇੱਕ ਤਰ੍ਹਾਂ ਦਾ ਨਾ ਬੌਂਡ ਹੁੰਦਾ ਹੈ, ਜਿਹਦੇ ਕੋਲ ਬੌਂਡ ਹੈ ਉਹਨੂੰ ਬੌਂਡ ਦਿਖਾ ਕੇ ਪੈਸੇ ਮਿਲ ਸਕਦੇ ਨੇ, ਕਾਈਂਡ ਆਫ ਬੌਂਡ ਹੀ ਹੁੰਦੇ ਨੇ ਆ, ਜਸਟ ਟੂ ਗੈਟ ਮਨੀ। ਤਾਂ ਮੈਂ ਤੁਹਾਨੂੰ ਚਾਰੋਂ ਹੀ ਐਕਸਪਲੇਨ ਕਰਤੇ, ਤਾਂ ਇਸ ਨਾਲ ਤੁਸੀਂ ਆਨਸਰ ਵੀ ਲਾ ਸਕਦੇ ਹੋ ਕਿ ਆਪਸ਼ਨ ਨੰਬਰ ਸੀ ਹੋਊਗਾ। ਨੈਕਸਟ ਗੱਲ ਕਰ ਰਿਹਾ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ, ਯਾਨੀ ਕਿ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਹੈ ਜਿਹੜੀ ਨੋਟ ਕਰੈਕਟ ਯਾਨੀ ਕਿ ਗਲਤ ਹੈ। ਆਪਾਂ ਇੱਕ ਹੀ ਕਰਕੇ ਡਿਸਕਸ ਕਰ ਲੈਂਦੇ ਹਾਂ। ਪਹਿਲੀ ਆਪਸ਼ਨ ਕਹਿ ਰਿਹਾ ਦਾ ਵੈਸਟਰਨ ਘਾਟ ਆਰ ਰਿਲੇਟਿਵ ਹਾਈ ਇਨ ਦੇਅਰ ਨੌਰਥਰਨ ਰੀਜਨ। ਮੰਨ ਲਓ ਜਿਹੜਾ ਵੈਸਟਰਨ ਘਾਟ ਹੈ ਨਾ, ਇਹ ਆਪਣੇ ਨੌਰਥਰਨ ਰੀਜਨ ਦੇ ਵਿੱਚ ਨਾ ਜ਼ਿਆਦਾ ਹਾਈ ਹੈ ਐਜ਼ ਕੰਪੇਅਰਡ ਟੂ ਅਦਰ ਰੀਜਨ। ਤਾਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਵੈਸਟਰਨ ਘਾਟ ਦੇ ਵਿੱਚ ਕਿਹੜੇ ਕਿਹੜੇ ਸਟੇਟ ਆਉਂਦੇ ਨੇ। ਜਿਵੇਂ ਹੋ ਗਿਆ ਗੁਜਰਾਤ, ਮਹਾਰਾਸ਼ਟਰ, ਗੋਆ, ਕਰਨਾਟਕਾ, ਤਾਮਿਲ, ਕੇਰਲਾ। ਆ ਕਰਨਾਟਕਾ ਹੋ ਗਿਆ, ਇਹ ਆਉਂਦੇ ਨੇ। ਅਤੇ ਲਗਭਗ 1500 ਕਿਲੋਮੀਟਰ ਜਿਹੜਾ ਹੈਗਾ ਇਹ ਕਿਲੋਮੀਟਰ ਕੋਸਟਲ ਏਰੀਆ ਕਵਰ ਕਰਦਾ ਹੈਗਾ। ਅਤੇ ਜਿਹੜਾ ਇਹਦਾ ਨੌਰਥਰਨ ਰੀਜਨ ਹੈ ਨਾ, ਉਹ ਜ਼ਿਆਦਾ ਹਾਈ ਨਹੀਂ ਹੈ ਐਜ਼ ਕੰਪੇਅਰਡ ਟੂ ਅਦਰ। ਦੈਟ ਮੀਨਸ ਆਪਸ਼ਨ ਨੰਬਰ ਏ ਹੀ ਆਪਣਾ ਆਨਸਰ ਹੋ ਜਾਊਗਾ। ਇਹ ਕਹਿ ਰਿਹਾ ਕਿ ਹਾਈ ਹੈ, ਲੇਕਿਨ ਅਸਲ ਦੇ ਵਿੱਚ ਹਾਈ ਨਹੀਂ ਹੈਗਾ। ਤਾਂ ਆਨਸਰ ਤਾਂ ਆਪਾਂ ਨੂੰ ਪਤਾ ਲੱਗ ਗਿਆ। ਹੁਣ ਆਪਾਂ ਹੋਰ ਵੀ ਡਿਸਕਸ ਕਰ ਲੈਂਦੇ ਹਾਂ। ਸੈਕਿੰਡ ਸਟੇਟਮੈਂਟ ਕੀ ਕਹਿੰਦਾ ਹੈ ਕਿ ਜਿਹੜੀ ਅਨਾਈਮੁਡੀ ਹੈ ਉਹ ਵੈਸਟਰਨ ਘਾਟ ਦੀ ਹਾਈਐਸਟ ਪੀਕ ਹੈ। ਤਾਂ ਉਹ ਜੀ ਆ ਬਿਲਕੁਲ ਸਹੀ ਗੱਲ ਹੈ ਕਿ ਵੈਸਟਰਨ ਘਾਟ ਦੀ ਜਿਹੜੀ ਹਾਈਐਸਟ ਪੀਕ ਹੈ, ਈਵਨ ਕਿ ਗੱਲ ਕਰਾਂ ਮੈਂ ਸਾਊਦਰਨ ਇੰਡੀਆ ਦੀ, ਤਾਂ ਉਹ ਅਨਾਈਮੁਡੀ ਹੈ। ਫਿਰ ਗੱਲ ਕਰਦਾ ਹੈ ਜਿਹੜੀ ਤਾਪਤੀ ਰਿਵਰ ਹੈ ਉਹ ਸਤਪੁਰਾ ਦੇ ਸਾਊਥ ਦੇ ਵਿੱਚ ਜਾਂਦੀ ਹੈ। ਦੇਖੋ ਆਹ ਹੈਗਾ ਵਿਧਿਆਂਚਲ, ਇਹ ਨਰਮਦਾ ਨਦੀ ਹੈ। ਜਿਹੜੀ ਥੱਲੇ ਵਾਲੀ ਹੈ ਇਹ ਹੈ ਤਾਪਤੀ ਨਦੀ, ਅਤੇ ਆਹ ਜਿਹੜਾ ਹੈਗਾ ਸਤਪੁੜਾ ਹੈ। ਯਾਨੀ ਕਿ ਜਿਹੜੀ ਤਾਪਤੀ ਨਦੀ ਹੈ ਉਹ ਸਤਪੁੜਾ ਹਿਲਸ ਦੇ ਸਾਊਥ ਦੇ ਵਿੱਚ ਹੈ, ਜੋ ਕਿ ਆਪਸ਼ਨ ਦੇ ਵਿੱਚ ਵੀ ਆਹੀ ਗੱਲ ਕਹਿ ਰਿਹਾ। ਦੈਟ ਮੀਨਸ ਆ ਵੀ ਆਪਸ਼ਨ ਸਹੀ ਹੈ। ਨੈਕਸਟ ਗੱਲ ਕਰ ਰਿਹਾ ਨਰਮਦਾ ਐਂਡ ਤਾਪਤੀ ਰਿਵਰ, ਇਹਨਾਂ ਨੂੰ ਓਲਡ ਰਿਫਟ ਵੈਲੀ ਕਿਹਾ ਜਾਂਦਾ ਹੈਗਾ। ਆਹ ਗੱਲ ਵੀ ਬਿਲਕੁਲ ਸਹੀ ਹੈ ਜੀ। ਤਾਂ ਆਪਸ਼ਨ ਨੰਬਰ ਏ ਜਿਹੜਾ ਹੈਗਾ ਉਹ ਗਲਤ ਸਟੇਟਮੈਂਟ ਹੈ। ਆਹ ਤਿੰਨੋਂ ਸਟੇਟਮੈਂਟ ਸਹੀ ਨੇ। ਅਤੇ ਪੁੱਛਿਆ ਕੀ ਸੀਗਾ ਕਿਹੜੀ ਸਟੇਟਮੈਂਟ ਨੋਟ ਕਰੈਕਟ ਹੈ, ਯਾਨੀ ਕਿ ਗਲਤ ਹੈ। ਤਾਂ ਆਪਸ਼ਨ ਨੰਬਰ ਏ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਕਿ ਜਿਹੜਾ ਮਾਊਂਟ ਐਵਰੈਸਟ ਹੈ ਜਿਹੜਾ ਨੇਪਾਲ ਦੇ ਵਿੱਚ ਹੈ, ਜਿਹਨੂੰ ਸਾਗਰ ਮਥਾ ਵੀ ਕਹਿੰਦੇ ਨੇ, ਹਾਈਐਸਟ ਪੀਕ ਹੈ ਦੁਨੀਆ ਦੀ, ਫਸਟ ਵੂਮਨ ਕਿਹੜੀ ਸੀ ਉਹਨੂੰ ਕਲਾਈਮ ਕਰਨ ਵਾਲੀ? ਤਾਂ ਜੁੰਕੋ ਤੇਬਈ ਸੀਗੀ। ਇਹਨੂੰ ਫਸਟ ਟਾਈਮ ਜਿਹੜਾ 1975 ਦੇ ਵਿੱਚ ਕਲਾਈਮ ਕੀਤਾ ਸੀਗਾ। ਤਾਂ ਆਪਸ਼ਨ ਨੰਬਰ ਹੋ ਜਾਊਗਾ ਏ ਇਹਦਾ ਸਹੀ ਆਨਸਰ, ਕਿਉਂਕਿ ਜੁੰਕੋ ਤੇਬਈ ਵਾਜ਼ ਦਾ ਫਸਟ ਵੂਮਨ ਟੂ ਕਲਾਈਮ ਮਾਊਂਟ ਐਵਰੈਸਟ ਇਨ 1975। ਇਹ ਤੋਂ ਇਲਾਵਾ ਜੇ ਮੈਂ ਇੰਡੀਆ ਦੇ ਕੰਸਰਨ ਦੇ ਵਿੱਚ ਗੱਲ ਕਰਾਂ, ਕਿਹੜੀ ਫਸਟ ਇੰਡੀਅਨ ਵੂਮਨ ਸੀਗੀ ਜਿਹਨੇ ਕਲਾਈਮ ਕੀਤਾ ਮਾਊਂਟ ਐਵਰੈਸਟ? ਉਹ ਸੀਗੀ ਬਿਛੇਂਦਰੀ ਪਾਲ। ਅਤੇ ਉਹ ਕਿਹੜੀ ਵੂਮਨ ਸੀਗੀ ਇੰਡੀਅਨ ਜਿਹਨੇ 2 ਵਾਰ ਮਾਊਂਟ ਐਵਰੈਸਟ ਚੜ੍ਹਾਈ ਕੀਤੀ? ਉਹ ਹੈਗਾ ਜੀ ਸੰਤੋਸ਼ ਯਾਦਵ। ਇਹ 3 ਨਾਮ ਤੁਸੀਂ ਯਾਦ ਰੱਖਿਓ। ਫਸਟ ਵੂਮਨ ਵਰਲਡ ਦੇ ਵਿੱਚ ਕਿਹੜੀ ਸੀ? ਜਿੰਕੋ ਤੇਬਈ। ਇੰਡੀਆ ਦੀ ਕਿਹੜੀ ਸੀ? ਬਿਛੇਂਦਰੀ ਪਾਲ। ਅਤੇ ਜਿਹਨੇ 2 ਵਾਰ ਚੜ੍ਹਿਆ ਉਹ ਸੀਗਾ ਸੰਤੋਸ਼ ਯਾਦਵ। ਆਹ 3 ਨਾਮ ਕਾਫੀ ਇੰਪੋਰਟੈਂਟ ਨੇ, ਯਾਦ ਰੱਖਿਓ ਤੁਸੀਂ। ਤਾਂ ਸੀਗਾ ਅੱਜ ਦੀ ਆਪਣੀ ਵੀਡੀਓ ਕਿੱਦਾਂ ਲੱਗੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਜ਼ਰੂਰ ਦਿਓ। ਆਪਣੇ ਸੁਜੈਸ਼ਨ ਵੀ ਦੇ ਸਕਦੇ ਹੋ, ਕੋਈ ਕੰਪਲੇਂਟ ਹੈ ਉਹ ਵੀ ਦੱਸ ਸਕਦੇ ਹੋ, ਮੈਂ ਠੀਕ ਕਰਾਂਗਾ ਉਹਨੂੰ। ਅਤੇ ਵੀਡੀਓ ਜੇਕਰ ਸਮਝ ਆਈ ਹੈ ਤਾਂ ਲਾਈਕ ਜ਼ਰੂਰ ਕਰਿਓ ਜੀ। ਲਾਈਕਸ ਦੀ ਮੈਨੂੰ ਕਾਫੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ। ਅਤੇ ਵੀਡੀਓ ਨੂੰ ਸ਼ੇਅਰ ਕਰੋ ਹੋਰ ਬੱਚਿਆਂ ਦੇ ਨਾਲ, ਤਾਂ ਕਿ ਆਪਣਾ ਚੈਨਲ ਹੋਰ ਵੀ ਗਰੋ ਕਰੇ, ਆਪਾਂ ਹੋਰ ਲੋਕਾਂ ਨੂੰ ਸ਼ੇਅਰ ਜਿਹੜੀ ਇਨਫੋਰਮੇਸ਼ਨ ਕਰ ਸਕੀਏ। ਤਾਂ ਥੈਂਕਸ ਫॉर ਵਾਚਿੰਗ। ਜਲਦੀ ਮਿਲਾਂਗੇ ਨਏ ਪਾਰਟ ਦੇ ਵਿੱਚ। ਉਦੋਂ ਤੱਕ ਜੈ ਹਿੰਦ, ਜੈ ਭਾਰਤ।